ਇਹ ਟਫ ਤਾਂ ਜ਼ਰੂਰ ਹੁੰਦਾ ਹੈ ਕਿਉਂਕਿ ਸਾਡੇ ਕੁੜੀਆਂ ਦੇ ਪਿੱਛੇ ਸਿਰਫ ਫੈਮਿਲੀ ਦਾ ਇੱਕ ਪ੍ਰੈਸ਼ਰ ਨਹੀਂ ਹੁੰਦਾ, ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਹੈ, ਇਮੋਸ਼ਨਲ ਪ੍ਰੈਸ਼ਰ ਹੁੰਦਾ ਹੈ। ਕਿਉਂਕਿ ਪੋਲੀਟੀਕਲੀ ਤੁਸੀਂ ਇੰਟਰਸਟ ਸ਼ੋ ਕਰਨਾ ਵੱਖਰੀ ਚੀਜ਼ ਹੈ, ਪਰ ਪੋਲੀਟੀਕਲੀ ਐਕਟਿਵ ਹੋਣਾ ਬਹੁਤ ਡਿਫਰੈਂਟ ਚੀਜ਼ ਹੁੰਦੀ ਹੈ। ਮਤਲਬ ਵਿਲ ਦੀ ਗਰਲ ਬੀ ਏਬਲ ਟੂ ਮੈਚ ਦੀ ਮਸਕੂਲਰ એનર્ਜੀ ਆਫ ਦੀ ਮੈਨ। ਜਿੰਨੇ ਵੀ ਤੁਸੀਂ ਪੋਲੀਟੀਕਲ ਪਾਰਟੀਆਂ ਬਾਰੇ ਕਰੋ, ਤੁਸੀਂ ਕਦੀ ਵੀ ਦੇਖਿਆ ਹੋਣਾ ਉਹਨਾਂ ਨੇ ਕਦੀ ਇੱਕ ਪੋਸਟ ਵੂਮਨ ਨੂੰ ਨਹੀਂ ਦਿੱਤੀ। all the 70 to 75% of girls in the university ਕਿ ਜਿਹੜਾ ਇੱਕ ਮਿਥ ਸੀਗਾ ਕਿ ਕੁੜੀਆਂ ਅੱਗੇ ਨਹੀਂ ਆ ਸਕਦੀਆਂ, ਕੁੜੀਆਂ ਪਾਵਰ 'ਚ ਨਹੀਂ ਆ ਸਕਦੀਆਂ, ਇਸ ਨੂੰ ਤੋੜਨ 'ਚ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ। ਹਲੇ ਵੀ ਜਜਮੈਂਟ ਹੁੰਦੀ ਹੋਊਗੀ ਕਿ ਇਹ ਖਰੀ ਉਤਰ ਪਾਊਗੀ ਨਹੀਂ ਉਤਰ ਪਾਊਗੀ ਵਾਟਐਵਰ, ਹੈ ਨਾ। ਜੇ ਤੁਸੀਂ ਅੱਗੇ ਵਧਦੇ ਹੋ ਨਾ, ਬਸ ਇੱਕ ਕਦਮ ਪਟਣਾ ਜ਼ਰੂਰੀ ਹੁੰਦਾ ਹੈ। ਸਾਰੇ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ, ਸਾਰੀ ਦੁਨੀਆ ਤੁਹਾਡੇ ਨਾਲ ਹੋ ਜਾਂਦੀ ਹੈ। ਬਸ ਹਿੰਮਤ ਰੱਖਣੀ ਜ਼ਰੂਰੀ ਹੈ, ਹੌਸਲੇ ਬੁਲੰਦ ਹੋਣੇ ਚਾਹੀਦੇ ਨੇ ਤੇ ਤੁਹਾਡਾ ਵਿਜ਼ਨ ਕਲੀਅਰ ਹੋਣਾ ਚਾਹੀਦਾ। ਆਈਡੀਓਲੋਜੀ ਤਾਂ ਸਭ ਦੀ ਡਿਫਰੈਂਟ ਹੈ। ਮੈਂ ਤਾਂ ਹੀ ਵਰਸਟੈਲਿਟੀ ਬਾਰੇ ਕਿਹਾ ਸੀ, ਕਿਉਂਕਿ ਇਲੈਕਸ਼ਨਸ ਦਾ ਮਤਲਬ ਕੀ ਹੈ ਕਿ ਤੁਸੀਂ ਸਾਰਿਆਂ ਦੇ ਡਿਫਰੈਂਟ ਵਿਊਜ਼ ਨੂੰ ਸਮਝੋ, ਉਹਨਾਂ ਨੂੰ ਰਿਸਪੈਕਟ ਕਰੋ, ਬਟ ਐਟ ਦੀ ਐਂਡ ਆਫ ਦ ਡੇ ਸੋਲੂਸ਼ਨ ਨਿਕਲਣਾ ਚਾਹੀਦਾ ਇਸ਼ੂਜ਼ ਦਾ। ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਤੇ ਦਿਨੀ ਜਿਹੜੀਆਂ ਵਿਦਿਆਰਥੀ ਚੋਣਾਂ ਹੁੰਦੀਆਂ ਨੇ, ਨਵੀਂ ਕਾਉਂਸਲ ਬਣਦੀ ਹੈ ਤੇ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਜਿਹੜੀ ਹੈ ਉਸ ਦੇ ਉੱਤੇ ਇੱਕ ਲੜਕੀ ਨੇ ਬਾਜੀ ਮਾਰੀ ਹੈ। ਬਹੁਤ ਸਾਰਾ ਕੰਪੀਟੀਸ਼ਨ ਬਹੁਤ ਅੱਛਾ ਰਿਹਾ, ਬੜੀ ਟਫ ਫਾਈਟ ਵੀ ਦਿੱਤੀ, ਬਟ ਬਹੁਤ ਵੱਡੀ ਲੀਡ ਲੈ ਕੇ ਰਮਨੀਕ ਜਿਹੜੇ ਨੇ ਉਹ ਵਾਈਸ ਪ੍ਰੈਜ਼ੀਡੈਂਟ ਬਣੇ ਨੇ। ਰਮਨੀਕ, ਪਹਿਲਾਂ ਤਾਂ ਬਹੁਤ ਮੁਬਾਰਕ। ਥੈਂਕ ਯੂ ਸੋ ਮਚ, ਥੈਂਕ ਯੂ। ਅੱਛਾ, ਕਿੰਨਾ ਕੁ ਰਮਨੀਕ ਟਫ ਰਿਹਾ ਬੀਇੰਗ ਅ ਫੀਮੇਲ ਕੈਂਡੀਡੇਟ, ਹੈ ਨਾ। ਮੇਲ ਕੈਂਡੀਡੇਟਸ ਨੂੰ ਇੰਨੀ ਟਫ ਫਾਈਟ ਦਿੱਤੀ ਤੁਸੀਂ? ਇਹ ਟਫ ਤਾਂ ਜ਼ਰੂਰ ਹੁੰਦਾ ਹੈ ਕਿਉਂਕਿ ਸਾਡੇ ਕੁੜੀਆਂ ਦੇ ਪਿੱਛੇ ਸਿਰਫ ਫੈਮਿਲੀ ਦਾ ਇੱਕ ਪ੍ਰੈਸ਼ਰ ਨਹੀਂ ਹੁੰਦਾ, ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਹੈ, ਇਮੋਸ਼ਨਲ ਪ੍ਰੈਸ਼ਰ ਹੁੰਦਾ ਹੈ। ਕਿਉਂਕਿ ਪੋਲੀਟੀਕਲੀ ਤੁਸੀਂ ਇੰਟਰਸਟ ਸ਼ੋ ਕਰਨਾ ਵੱਖਰੀ ਚੀਜ਼ ਹੈ, ਪਰ ਪੋਲੀਟੀਕਲੀ ਐਕਟਿਵ ਹੋਣਾ ਬਹੁਤ ਡਿਫਰੈਂਟ ਚੀਜ਼ ਹੁੰਦੀ ਹੈ। ਕਿਉਂਕਿ ਹਮੇਸ਼ਾ ਇੱਕ ਕੁਐਸਚਨ ਉਠਾਇਆ ਜਾਂਦਾ ਹੈ ਕਿ ਵਿਲ ਦੀ ਗਰਲ ਬੀ ਏਬਲ ਟੂ ਮੈਚ ਦੀ ਮਸਕੂਲਰ એનર્ਜੀ ਆਫ ਦੀ ਮੈਨ। ਜਿੰਨੇ ਵੀ ਤੁਸੀਂ ਪੋਲੀਟੀਕਲ ਪਾਰਟੀਆਂ ਬਾਰੇ ਕਰੋ, ਤੁਸੀਂ ਕਦੀ ਵੀ ਦੇਖਿਆ ਹੋਣਾ ਉਹਨਾਂ ਨੇ ਕਦੀ ਇੱਕ ਪੋਸਟ ਵੂਮਨ ਨੂੰ ਨਹੀਂ ਦਿੱਤੀ। Because this is the first question which they always raise कि will the woman be able to match the masculine energy as that of a man, and अगर वो मैच करके दिखा देंदी है तो ये question आंदा है कि वो अपने आप ਨੂੰ इमोशनली स्टेबल रख पाओगी, कि वो इमोशनली अपने आप ਨੂੰ कैरी आउट कर सकेगी। एंड जे वो भी चीज़ करके दिखाती है दैन क्वेश्चन आंदा है वट अबाउट हर सेफ्टी, वट अबाउट हर सिक्योरिटी। बल्कि ਅਸੀਂ ਆਪ ਉਹਨਾਂ ਦੀ ਸਿਕਿਉਰਿਟੀ ਤੇ ਸੇਫਟੀ ਨੂੰ ਇਨਸਿਕਿਉਰ ਫੀਲ ਕਰਾਉਂਦੇ ਆ। ਵਾਈ ਇਜ਼ ਇਟ ਸੋ ਕਿ ਯੂਨੀਵਰਸਿਟੀ ਦੇ ਵਿੱਚ ਕੈਂਪਸ ਦੇ ਬਾਹਰ ਸਪੈਸ਼ਲੀ ਇਲੈਕਸ਼ਨਸ ਦੇ ਟਾਈਮ ਤੇ ਗਰਲਸ ਹੋਸਟਲ ਦੇ ਸਾਹਮਣੇ ਬਾਹਰ, ਜਦੋਂ ਗਰਲਸ ਹੋਸਟਲ ਦੇ ਵਿੱਚ ਸਿਰਫ ਕੁੜੀਆਂ ਨੂੰ ਅਲਾਉਡ ਹੈ ਕੈਂਪੇਨਿੰਗ ਕਰਨ, ਤਾਂ ਉੱਥੇ ਮੁੰਡੇ ਬਾਹਰ ਖੜੇ ਕੀ ਕਰ ਰਹੇ ਹੁੰਦੇ ਨੇ? ਇੰਨੀਆਂ ਲੰਬੀਆਂ ਲਾਈਨਾਂ ਕਿਉਂ ਲੱਗਦੀਆਂ ਨੇ ਬਾਹਰ ਮੁੰਡਿਆਂ ਦੀ? ਵਾਈ ਆਰ ਦੇ ਡਿਸਟ੍ਰੀਬਿਊਟਿੰਗ ਪੈਂਫਲੇਟਸ ਆਫ ਬਿਊਟੀ ਪਾਰਲਰ ਟੂ ਦ ਗਰਲਸ? ਵਾਈ ਆਰ ਦੇ ਡਿਸਟ੍ਰੀਬਿਊਟਿੰਗ ਚੋਕਲੇਟਸ ਟੂ them? that's a big question। ਸੋ ਤੁਸੀਂ ਆਪ ਹੀ ਸਾਡੀ ਸਿਕਿਉਰਿਟੀ ਨੂੰ ਇਨਸਿਕਿਉਰ ਫੀਲ ਕਰਾ ਰਹੇ ਹੋ। ਸੋ ਇਹ ਤਦੋਂ ਹੀ ਟੁੱਟ ਸਕਦਾ ਸੀ ਜਦੋਂ ਇੱਕ ਕੁੜੀ ਆਪ ਅੱਗੇ ਆਉਂਦੀ। ਐਂਡ ਆਈ would like to show my gratitude to all the 70 to 75% of girls in the university ਕਿ ਜਿਹੜਾ ਇੱਕ ਮਿਥ ਸੀਗਾ ਕਿ ਕੁੜੀਆਂ ਅੱਗੇ ਨਹੀਂ ਆ ਸਕਦੀਆਂ, ਕੁੜੀਆਂ ਪਾਵਰ 'ਚ ਨਹੀਂ ਆ ਸਕਦੀਆਂ, ਇਸ ਨੂੰ ਤੋੜਨ 'ਚ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ। ਜਜਮੈਂਟ ਵਾਲਾ ਹਮੇਸ਼ਾ ਹੀ ਲੜਕੀਆਂ ਤੇ ਆਈ ਥਿੰਕ ਟੈਗ ਰਹਿੰਦਾ ਹੈ। ਆਈਦਰ ਅਸੀਂ ਜਿੱਤ ਵੀ, ਤੁਸੀਂ ਗਏ ਹੋ ਅੱਜ ਜਿੱਤ ਹਾਸਿਲ ਕਰ ਲਿਆ, ਬਟ ਸਟਿਲ ਹਲੇ ਵੀ ਜਜਮੈਂਟ ਹੁੰਦੀ ਹੋਊਗੀ ਕਿ ਇਹ ਖਰੀ ਉਤਰ ਪਾਊਗੀ ਨਹੀਂ ਉਤਰ ਪਾਊਗੀ ਵਾਟਐਵਰ, ਹੈ ਨਾ। ਬਟ ਆਫ ਕੋਰਸ ਲੜਕੀਆਂ ਅੱਜ ਬਹੁਤ ਵੱਡੇ ਮੁਕਾਮ ਤੇ ਨੇ ਔਰ ਆਈ ਐਮ ਟੂ ਗਲੈਡ ਕਿ ਹੈ ਨਾ ਇੱਕ ਫੀਮੇਲ ਅੱਗੇ ਆਈ। ਅੱਛਾ, ਪਰ ਯੂਨੀਵਰਸਿਟੀ ਦੇ ਵਿੱਚ ਅਸੀਂ ਜਿੰਨੇ ਦਿਨ ਹੋ ਗਏ ਇਲੈਕਸ਼ਨਸ ਦੀ ਕਵਰੇਜ ਕਰ ਰਹੇ ਹਾਂ, ਕਿਤੇ ਨਾ ਕਿਤੇ ਫੀਮੇਲਸ ਦੇ ਵਿੱਚ ਨਾ ਕਾਫੀ ਘੱਟ ਐਕਸਾਈਟਮੈਂਟ ਨਜ਼ਰ ਆਈ ਇਲੈਕਸ਼ਨਸ ਨੂੰ ਲੈ ਕੇ। ਜਦੋਂ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਇੱਕ ਫੀਮੇਲ ਕੈਂਡੀਡੇਟ ਖੜੀ ਹੈ ਉਦੋਂ ਤਾਂ ਐਟਲੀਸਟ ਅੱਗੇ ਆਓ ਤੁਸੀਂ। ਹਾਂਜੀ, ਉਹ ਥੋੜਾ ਇੱਕ ਮਤਲਬ ਜਿਵੇਂ ਕਹਿੰਦੇ ਆ ਘਬਰਾਹਟ ਹੁੰਦੀ ਹੈ ਕੁੜੀਆਂ ਨੂੰ, ਪਰ ਜਿਵੇਂ ਰਿਸਪੌਂਸ ਬਹੁਤ ਵਧੀਆ ਹੁੰਦਾ ਸੀ ਜਦੋਂ ਅਸੀਂ ਕੈਂਪੇਨਿੰਗਸ 'ਚ ਜਾਂਦੇ ਸੀ, ਹੋਸਟਲਸ 'ਚ ਕੈਂਪੇਨਿੰਗ ਕਰਨ ਜਾਂਦੇ ਸੀ, ਤਾਂ ਕੁੜੀਆਂ ਸਾਹਮਣੇ ਤੋਂ ਕਹਿੰਦੀ ਸੀ ਕਿ ਸ਼ਾਇਦ ਅਸੀਂ ਆ ਨਹੀਂ ਪਾ ਰਹੇ ਕਿਉਂਕਿ ਸਾਡੇ ਪਿੱਛੋਂ ਦੀ ਫੈਮਿਲੀ ਦਾ ਇੱਕ ਪ੍ਰੈਸ਼ਰ ਹੁੰਦਾ ਕਿ ਕਿਤੇ ਘਰਦਿਆਂ ਨੂੰ ਪਤਾ ਨਾ ਲੱਗ ਜੇ, ਤਾਂ ਕਰਕੇ ਅਸੀਂ ਤੇ ਫਿਰ ਉਹ ਸਾਨੂੰ ਅਲਾਉ ਨਹੀਂ ਕਰਨਗੇ। ਪਰ ਉਹ ਬਹੁਤ ਖੁਸ਼ ਹੁੰਦੀਆਂ ਸੀ, ਉਹ ਸਭ ਆਪਣੇ ਆਪ ਅੱਗੇ ਆ ਕੇ ਸਾਨੂੰ ਖੁਸ਼ ਹੁੰਦੇ ਸੀ ਕਿ ਜੇ ਤੁਹਾਨੂੰ ਕੋਈ ਵੀ ਕੰਮ ਹੋਏ, ਸਾਡੇ ਡਿਪਾਰਟਮੈਂਟ 'ਚ ਕੋਈ ਕੰਮ ਹੋਏ, ਕੋਈ ਵੀ ਚੀਜ਼ ਤੁਹਾਨੂੰ ਹੈਲਪ ਦੀ ਚਾਹੀਏ ਤੁਸੀਂ ਸਾਨੂੰ ਦੱਸੋ, ਜੇ ਤੁਹਾਨੂੰ ਲੋੜ ਪਵੇ, ਤੁਹਾਨੂੰ ਖਾਣਾ ਚਾਹੀਦਾ ਹੈ। ਕਈ ਵਾਰੀ
ਵਾਰੀ ਇਹ ਹੁੰਦਾ ਸੀਗਾ ਕਿ ਕੈਂਪੇਨਿੰਗ ਕਰਦੇ ਕਰਦੇ ਅਸੀਂ ਨਾ ਰਾਤ ਤੱਕ ਪੂਰੇ ਭੁੱਖੇ, ਤਾਂ ਉਹ ਸਾਡੇ ਲਈ ਖਾਣਾ ਮਤਲਬ ਪੈਕ ਕਰਾ ਕੇ ਰੱਖ ਦਿੰਦੇ ਸੀਗੇ। ਐਂਡ ਇਟਸ ਨਾਟ ਲਾਈਕ ਦੈਟ, ਜੇ ਤੁਸੀਂ ਅੱਗੇ ਵਧਦੇ ਹੋ ਨਾ, ਬਸ ਇੱਕ ਕਦਮ ਪੱਟਣਾ ਜ਼ਰੂਰੀ ਹੁੰਦਾ ਹੈ। ਸਾਰੇ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ, ਸਾਰੀ ਦੁਨੀਆ ਤੁਹਾਡੇ ਨਾਲ ਹੋ ਜਾਂਦੀ ਹੈ। ਬਸ ਹਿੰਮਤ ਰੱਖਣੀ ਜ਼ਰੂਰੀ ਹੈ, ਹੌਸਲੇ ਬੁਲੰਦ ਹੋਣੇ ਚਾਹੀਦੇ ਨੇ, ਤੇ ਤੁਹਾਡਾ ਵਿਜ਼ਨ ਕਲੀਅਰ ਹੋਣਾ ਚਾਹੀਦਾ। ਅੱਛਾ, ਕੀ ਕੁਝ ਤੁਹਾਡੇ ਮੈਨੀਫੈਸਟੋ ਦੇ ਵਿੱਚ ਕੀ ਕੁਝ ਲੈ ਕੇ ਚੱਲ ਰਹੇ ਹੋ ਪ੍ਰਾਇੋਰਟੀਜ਼ ਤੇ ਹੁਣ, ਕਿਉਂਕਿ ਜਿੱਤ ਗਏ, ਜਿੱਤ ਹਾਸਿਲ? ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਵਿੱਚ ਰਿਸਰਚ ਸਕਾਲਰਸ ਲਈ ਹੈ। ਰਿਸਰਚ ਸਕਾਲਰ ਲਈ ਗ੍ਰੀਵੈਂਸ ਸੈੱਲ ਹੈਜ਼ ਟੂ ਬੀ ਇੰਟਰੋਡਿਊਸਡ, ਕਿਉਂਕਿ ਦੀ ਐਬਸੋਲੂਟ ਪਾਵਰ ਇਜ਼ ਟੂ ਦੀ ਗਾਈਡ ਇਨ ਦੀ ਯੂਨੀਵਰਸਿਟੀ। ਸੋ ਉਹਨਾਂ ਦੇ ਲਈ ਜਿੰਨੇ ਵੀ ਐਕਸਪਲੋਇਟੇਸ਼ਨਸ ਨੇ ਉਹ ਤਦ ਹੀ ਐਨਕੰਪਾਸ ਕਰ ਸਕਾਂਗੇ ਅਸੀਂ, ਜੇ ਰਿਸਰਚ ਸਕਾਲਰ ਲਈ ਗ੍ਰੀਵੈਂਸ ਸੈੱਲ ਇੰਟਰੋਡਿਊਸ ਹੋ ਗਿਆ। ਸੈਕੰਡਲੀ, ਜਿਵੇਂ ਪੀਯੂ ਦੇ ਵਿੱਚ ਇੱਕ ਸੈਲਫ ਫਾਈਨਾਂਸ ਮਾਡਲ ਇੰਟਰੋਡਿਊਸ ਹੋ ਚੁੱਕਿਆ, ਜਿਸ ਕਾਰਨ ਬਹੁਤ ਜ਼ਿਆਦਾ ਫੀ ਹਾਈਕ ਹੈ, ਤੇ ਫੀ ਹਾਈਕ ਹੋਣ ਦੇ ਬਾਵਜੂਦ ਵੀ ਜਿਹੜਾ ਪਲੇਸਮੈਂਟ ਸੈੱਲ ਉਹ ਲਿਮਿਟਡ ਹੈ, ਤੇ ਈਵਨ ਜਿਵੇਂ ਸਾਡਾ ਸਟਾਈਪੈਂਡ ਹੈ ਉਹ ਵੀ ਸਿਰਫ 9000 ਹੈ ਇੰਟਰਨਸ ਦਾ, ਵਿਚ ਇਜ਼ ਵੈਰੀ ਲੈਸ ਇਨ ਕੰਪੈਰੀਜ਼ਨ ਟੂ GMCH ਜਾਂ ਡਿਫਰੈਂਟ ਗਵਰਨਮੈਂਟ ਕਾਲਜਿਸ ਆਫ ਪੰਜਾਬ। ਤਾਂ ਉਸ ਬਾਰੇ ਜ਼ਰੂਰ ਗੱਲਬਾਤ ਕੀਤੀ ਜਾਵੇਗੀ। ਜਿਹੜੇ ਪੀਯੂ ਦੀ ਸਟੈਂਡਰਡਾਈਜੇਸ਼ਨ ਆਫ ਫੂਡ ਹੈ, ਸੈਨੀਟੇਸ਼ਨ ਹੈ, ਮੋਬਾਈਲ ਦੀ ਕਨੈਕਟੀਵਿਟੀ, ਤੇ ਈਵਨ ਰੀਡਿੰਗ ਰੂਮ। ਸਾਡਾ ਇੱਕੋ ਇੱਕ ਮਕਸਦ ਹੈ ਕਿ ਦਿਸ ਇਜ਼ ਐਨ ਐਜੂਕੇਸ਼ਨਲ ਇੰਸਟੀਟਿਊਟ, ਇਹਦੀ ਇੱਕ ਡਿਗਨਿਟੀ ਹੈ, ਇਹਦਾ ਇੱਕ ਡੈਕੋਰਮ ਹੈ। ਜੇ ਸਾਡੀ ਯੂਨੀਵਰਸਿਟੀ ਸਾਨੂੰ ਐਕੈਡੈਮਿਕਸ ਦੇ ਨਾਲ ਨਾਲ ਇੱਕ ਸਟੂਡੈਂਟ ਇਲੈਕਸ਼ਨਸ ਦਾ ਮੌਕਾ ਦੇ ਰਹੀ ਹੈ, ਤਾਂ ਉਸ ਨੂੰ ਅਸੀਂ ਡਿਗਨਿਟੀ ਤੇ ਡੈਕੋਰਮ ਨਾਲ ਅੱਗੇ ਯੂਜ਼ ਕਰ ਸਕੀਏ, ਤੇ ਇਹਦੇ ਨਾਲ ਜਿਹੜੀ ਸਾਡੀ ਪਰਸਨੈਲਿਟੀ ਦੇ ਵਿੱਚ ਇੱਕ ਲੀਡਰਸ਼ਿਪ ਕੁਆਲਿਟੀਜ਼ ਤੇ ਇੱਕ ਵਰਸਟੈਲਿਟੀ ਦਾ ਜਿਹੜੀ ਕੁਆਲਿਟੀ ਹੈ ਉਹ ਇੰਟਰੋਡਿਊਸ ਹੋ ਸਕੇ। ਐਂਡ ਥਰਡਲੀ, ਇੱਥੇ ਮੇਜਰ ਹੀ ਸਾਡਾ ਇਹੀ ਰੋਲ ਹੋ ਕਿ ਅਸੀਂ ਐਕੈਡੈਮਿਕ ਤੇ ਰਿਸਰਚ ਨੂੰ ਜ਼ਿਆਦਾ ਪ੍ਰਾਇੋਰਟੀ ਦਈਏ, ਬਾਕੀ ਸਭ ਚੀਜ਼ਾਂ ਸੈਕੰਡਰੀ ਹੋਣ। ਅੱਛਾ, ਇੱਕ ਰਮਨੀਕ ਆਈਡੀਓਲੋਜੀ ਦੀ ਗੱਲ ਕਰੀਏ, ਹਰ ਇੱਕ ਪਾਰਟੀ ਦੀ ਆਪਣੀ ਇੱਕ ਆਈਡੀਓਲੋਜੀ ਹੈ। ਕਿਵੇਂ ਇਕੱਠੇ ਕਿਵੇਂ ਰਹੋਗੇ, ਕਿਉਂਕਿ ਪ੍ਰੈਜ਼ੀਡੈਂਟ ਅਲੱਗ ਪਾਰਟੀ ਦਾ ਹੈ, ਵਾਈਸ ਪ੍ਰੈਜ਼ੀਡੈਂਟ ਤੁਸੀਂ ਹੋ, ਜੁਆਇੰਟ ਸੈਕਟਰੀ ਜਾਂ ਸੈਕਟਰੀ ਅਲੱਗ-ਅਲੱਗ ਪਾਰਟੀਆਂ ਦੇ ਨੇ, ਕਿਵੇਂ ਪੂਰੀ ਕਾਉਂਸਲ ਕਿਵੇਂ ਇਕਜੁੱਟ ਹੋਊਗੀ, ਉਹਦਾ ਕੁਝ ਸੋਚਿਆ? ਕਿਉਂਕਿ ਆਫਕੋਰਸ ਕੰਮ ਚਾਰਾਂ ਨੇ ਮਿਲ ਕੇ ਕਰਨਾ। ਆਈਡੀਓਲੋਜੀ ਤਾਂ ਸਭ ਦੀ ਡਿਫਰੈਂਟ ਹੈ, ਮੈਂ ਤਾਂ ਹੀ ਵਰਸਟੈਲਿਟੀ ਬਾਰੇ ਕਿਹਾ ਸੀ, ਕਿਉਂਕਿ ਇਲੈਕਸ਼ਨਸ ਦਾ ਮਤਲਬ ਕੀ ਹੈ ਕਿ ਤੁਸੀਂ ਸਾਰਿਆਂ ਦੇ ਡਿਫਰੈਂਟ ਵਿਊਜ਼ ਨੂੰ ਸਮਝੋ, ਉਹਨਾਂ ਨੂੰ ਰਿਸਪੈਕਟ ਕਰੋ, ਬਟ ਐਟ ਦੀ ਐਂਡ ਆਫ ਦ ਡੇ ਸੋਲੂਸ਼ਨ ਨਿਕਲਣਾ ਚਾਹੀਦਾ ਇਸ਼ੂਜ਼ ਦਾ। ਸੋ ਆਈਡੀਓਲੋਜੀ ਉਹਨਾਂ ਦੀ ਜਿਵੇਂ ਹੈ, ਸਾਡੀ ਜਿਵੇਂ ਹੈ, ਮੈਂ ਉਹਨਾਂ ਨੂੰ ਵੀ ਮਤਲਬ ਮੈਨੂੰ ਇੰਨੀ ਉਮੀਦ ਹੈ ਕਿ ਉਹ ਸਾਡੀ ਆਈਡੀਓਲੋਜੀ ਨੂੰ ਰਿਸਪੈਕਟ ਕਰਨਗੇ, ਮੈਂ ਉਹਨਾਂ ਦੀ ਆਈਡੀਓਲੋਜੀ ਨੂੰ ਰਿਸਪੈਕਟ ਕਰਾਂਗੀ। ਤੇ ਅਸੀਂ ਹੁਣ ਜਦੋਂ ਸਾਨੂੰ ਸਟੂਡੈਂਟਸ ਨੇ ਚੂਜ਼ ਕੀਤਾ ਹੈ, ਉਹਨਾਂ ਨੇ ਸਾਡੇ ਉੱਤੇ ਇੰਨਾ ਟਰਸਟ ਰੱਖਿਆ ਹੈ, ਇੰਨਾ ਐਕਸਪੈਕਟੇਸ਼ਨ ਦਿਖਾਈ ਹੈ, ਤਾਂ ਅਸੀਂ ਉਹਨਾਂ ਦੇ ਐਕਸਪੈਕਟੇਸ਼ਨ ਤੇ ਖੜੇ ਉਤਰੀਏ, ਤਾਂ ਸਾਨੂੰ ਇਕੱਠੇ ਮਿਲ ਕੇ ਇੱਕ ਸੋਲੂਸ਼ਨ ਕੱਢਣਾ ਜ਼ਿਆਦਾ ਜ਼ਰੂਰੀ ਹੈ। ਚਾਰੋਂ ਦੇ ਚਾਰੋਂ ਜਿਹੜੇ ਵਿਨਰਸ ਮਿਲੇ, ਉਹ ਹਲੇ ਕੋਈ ਗੱਲਬਾਤ ਹੋਈ ਹੈ? ਹਲੇ ਤਾਂ ਕੁਝ ਨਹੀਂ, ਹਲੇ ਤਾਂ ਜਿਵੇਂ ਕੱਲ ਹੀ 7:30 ਤੱਕ ਅਸੀਂ ਫ੍ਰੀ ਹੋਏ ਪੋਲਸ ਤੋਂ, ਕਾਊਂਟਿੰਗ ਤੋਂ ਬਾਅਦ, ਉਸ ਤੋਂ ਬਾਅਦ ਫਿਰ ਸਾਰੇ ਹਰ ਇੱਕ ਆਪਣੇ ਆਪਣੇ ਸੈਲੀਬ੍ਰੇਸ਼ਨ ਦੇ ਵਿੱਚ ਇੰਟਰੋਡਿਊਸ ਸੀ। ਅੱਜ ਸਾਰਿਆਂ ਦੀ ਇੰਟਰਵਿਊਜ਼ ਚੱਲ ਰਹੀਆਂ, ਤਾਂ ਹਲੇ ਤਾਂ ਨਹੀਂ, ਬਟ ਹਲੇ ਥੋੜੇ ਦਿਨਾਂ ਤੱਕ ਸਾਡੀ ਇੱਕ ਓਥ ਸੈਰੇਮਨੀ ਹੋਊਗੀ, ਉੱਥੇ ਅਸੀਂ ਸਾਰੇ ਇਕੱਠੇ ਮਿਲਾਂਗੇ, ਤਾਂ ਜ਼ਰੂਰ ਇਸ ਬਾਰੇ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮਚ। ਥੈਂਕ ਯੂ। ਤਾਂ ਬਿਲਕੁਲ ਰਮਨੀਕ ਸਾਡੇ ਨਾਲ ਸੀ। ਵਾਕਈ ਬੜੀ ਸੋਹਣੀ ਗੱਲ ਕੀਤੀ। ਆਈਡੀਓਲੋਜੀ ਦੀ ਅਲੱਗ-ਅਲੱਗ ਹੋ ਸਕਦੀਆਂ ਨੇ ਵਿਚਾਰਧਾਰਾਵਾਂ, ਪਰ ਜਦੋਂ ਗੱਲ ਵਿਦਿਆਰਥੀਆਂ ਦੀ ਆਉਂਦੀ ਹੈ ਤਾਂ ਉਸ ਸਮੇਂ ਤੁਹਾਨੂੰ ਵਿਦਿਆਰਥੀਆਂ ਦੇ ਵੱਲ ਫੋਕਸ ਕਰਨ ਦੀ ਜ਼ਰੂਰਤ ਹੁੰਦੀ ਹੈ। ਤਾਂ ਵਿਦਿਆਰਥੀ ਚੋਣਾਂ ਆਪਣੇ ਆਪ ਦੇ ਵਿੱਚ ਇਹਨਾਂ ਚੋਣਾਂ ਦੀ ਇੱਕ ਖੂਬਸੂਰਤੀ ਹੁੰਦੀ ਹੈ, ਕਿਉਂਕਿ ਵੱਖ-ਵੱਖ ਆਈਡੀਓਲੋਜੀ ਨੂੰ ਮੰਨਣ ਵਾਲੇ ਬੱਚੇ ਜਦੋਂ ਇੱਕ ਪਲੇਟਫਾਰਮ ਤੇ ਹੁੰਦੇ ਨੇ, ਜਦੋਂ ਮੁੱਦਾ ਬੱਚਿਆਂ ਦਾ ਹੁੰਦਾ ਹੈ ਤਾਂ ਫਾਈਟ ਵੀ ਬੱਚਿਆਂ ਦੀ ਹੁੰਦੀ ਹੈ। ਕੈਮਰਾ ਪਰਸਨ ਸੰਦੀਪ ਦੇ ਨਾਲ ਸ਼ਾਲਮ ਰੋਕ, ਚੰਡੀਗੜ੍ਹ।